ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਪਾਤਸ਼ਾਹ ਕਹਿੰਦੇ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕੈ ਅੰਤ ਨ ਪਾਏ ਜਾਏ। ਸ੍ਰਿਸ਼ਟੀ ਦੇ ਆਕਾਰ ਦੀ ਗੱਲ ਹੈ, ਪਿੱਛੇ ਵੀ ਆਈ ਸੀ, ਆਪਾਂ ਵਿਚਾਰ ਕੀਤੀ ਸੀ। ਹੁਣ ਫਿਰ ਗੁਰੂ ਨਾਨਕ ਸਾਹਿਬ ਦੱਸ ਰਹੇ ਹਨ ਕਿ ਜੇ ਮਾਇਆ ਵਿੱਚ ਆਈਆਂ ਜੋ ਆਤਮਾਵਾਂ ਦਾ ਆਕਾਰ ਹੈ, ਉਹ ਜਾਣਿਆ ਨਹੀਂ ਜਾ ਸਕਦਾ, ਤੇ ਭੇਦ ਸੱਚਖੰਡ ਦਾ ਵੀ ਨਹੀਂ ਜਾਣਿਆ ਜਾ ਸਕਦਾ। ਉੱਥੇ ਵੀ ਬੇਅੰਤ ਆਤਮਾਵਾਂ ਨੇ ਜੋ ਨਿਰੰਕਾਰ ਸਰੂਪ ਦੇ ਵਿੱਚ ਇੱਕੋ ਜਿਹੀਆਂ ਹਨ। ਪਾਤਸ਼ਾਹ ਕਹਿੰਦੇ, ਇੱਥੇ ਵੀ ਕਈਆਂ ਨੇ ਆ ਕੇ ਕੋਸ਼ਿਸ਼ ਕੀਤੀ ਅੰਤ ਪਾਉਣ ਦੀ, ਪਰ ਪਾ ਨਹੀਂ ਸਕੇ। ਗੁਰਬਾਣੀ 'ਚ ਪਾਤਸ਼ਾਹ ਕਹਿੰਦੇ, ਅੰਤ ਨ ਪਾਵਤ ਦੇਵ ਸਵੈ ਮੁਨੀ, ਇੰਦਰ ਮਹਾਸ਼ਿਵ ਜੋਗ ਕਰੀ। ਵੱਡੇ ਵੱਡੇ ਵਿਦਵਾਨਾਂ ਨੇ, ਵੱਡੇ ਵੱਡੇ ਲੋਕਾਂ ਨੇ, ਫਿਲਾਸਫਰਾਂ ਨੇ, ਗਿਆਨੀਆਂ ਨੇ ਅੰਤ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਅੰਤ ਨਹੀਂ ਪਾ ਸਕੇ, ਕਿਉਂਕਿ ਅੰਤ ਪਾਉਣ ਵਾਲੀ ਵਸਤੂ ਹੀ ਨਹੀਂ। ਜੇ ਤਾਂ ਕੋਈ ਵਸਤੂ ਹੋਵੇ ਫਿਰ ਤਾਂ ਉਹਦਾ ਅੰਤ ਪਾਇਆ ਜਾ ਸਕੇ, ਪਰ ਜਦੋਂ ਇਹ ਵਸਤੂ ਹੀ ਨਹੀਂ ਆਤਮਾ, ਸੋ ਆਤਮਾ ਦਾ ਅੰਤ ਪਾਉਣਾ ਮੁਸ਼ਕਲ ਹੈ। ਸੋ ਸਾਰੇ ਹੀ ਮਾਇਆ ਦੇ ਵਿੱਚ ਫਸੇ ਰਹੇ, ਧਿਆਨ ਵੀ ਮਾਇਆ ਦਾ ਹੀ ਕਰਦੇ ਰਹੇ। ਇੰਨਾ ਵੀ ਸਮਝ ਨਹੀਂ ਸਕੇ ਕਿ ਆਤਮਾ ਮਾਇਆ ਨਹੀਂ ਹੁੰਦੀ। ਮਾਇਆ 'ਚ ਫਸੀ ਆਤਮਾ ਨੂੰ ਬਾਹਰ ਕੱਢਣ 'ਚ ਧਿਆਨ ਲਾਉਣਾ ਸੀ। ਧਿਆਨ ਕਿੱਥੇ ਰੱਖਿਆ? ਮਾਇਆ 'ਚ, ਜਾਂ ਮੂਰਤੀ 'ਚ, ਜਾਂ ਸਰੀਰ ਵਿੱਚ। ਚਾਹੇ ਆਪਣੇ ਗੁਰੂ ਦਾ ਹੀ ਸਰੀਰ ਹੋਵੇ, ਉਸ ਵਿੱਚ ਵੀ ਧਿਆਨ ਨਹੀਂ ਰੱਖਣਾ ਚਾਹੀਦਾ। ਸੋ ਬਾਹਰਲਾ ਜਿਹੜਾ ਸਰੀਰ ਹੈ, ਉਹ ਮਾਇਆ ਦਾ, ਜਿਸ ਦੇ ਵਿੱਚ ਧਿਆਨ ਰੱਖਣਾ, ਉਹ ਮਾਇਆ ਤੋਂ ਰਹਿਤ ਸਰੀਰ ਹੈ, ਉਹ ਕਾਇਆ ਹੈ। ਸੋ ਪਹਿਲਾ ਜਿਹੜਾ ਧਿਆਨ ਰੱਖਣਾ ਹੈ, ਉਹ ਮਨ 'ਚ ਰੱਖਣਾ ਹੈ। ਮਨ ਚੇਤਨ ਹੈ। ਮਾਇਆ 'ਚ ਧਿਆਨ ਦੇ ਨਾਲ ਗਿਆਨ ਦੀ ਲੋੜ ਹੈ। ਇੱਥੇ ਇਕੱਲਾ ਧਿਆਨ ਨਹੀਂ ਤੇ ਇਕੱਲਾ ਗਿਆਨ ਨਹੀਂ, ਇੱਥੇ ਦੋਨੇ ਚੀਜ਼ਾਂ ਨੇ, ਗਿਆਨ ਤੇ ਧਿਆਨ। ਜਦੋਂ ਮਨ ਨੂੰ ਮਾਇਆ 'ਚੋਂ ਬਾਹਰ ਕੱਢਣਾ, ਜਦੋਂ ਮਨ ਨੂੰ ਵਸ 'ਚ ਕਰਨਾ, ਜਦੋਂ ਮਨ ਨੂੰ ਆਪਣੇ ਮੂਲ ਨਾਲ ਜੋੜਨਾ, ਉਹਦੇ ਵਾਸਤੇ ਦੋ ਚੀਜ਼ਾਂ ਦੀ ਲੋੜ ਹੈ, ਗਿਆਨ ਤੇ ਧਿਆਨ ਦੀ। ਜਦੋਂ ਮਨ ਮਾਇਆ 'ਚੋਂ ਬਾਹਰ ਨਿਕਲ ਆਇਆ, ਫਿਰ ਉਸ ਨੂੰ ਗਿਆਨ ਦੀ ਲੋੜ ਨਹੀਂ, ਫਿਰ ਧਿਆਨ ਦੀ ਲੋੜ ਹੈ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਫਿਰ ਇਹਦਾ ਧਿਆਨ ਧੁਨ 'ਚ ਹੁੰਦਾ, ਹੁਕਮ 'ਚ ਹੁੰਦਾ। ਉਹ ਹੁਕਮ ਫਿਰ ਇਹਨੂੰ ਉਦੋਂ ਹੀ ਸੁਣਦਾ ਜਦੋਂ ਇਹ ਬਾਹਰ ਮਾਇਆ ਨੂੰ ਛੱਡ ਜਾਂਦਾ, ਕਿਉਂਕਿ ਉਹ ਸ਼ਬਦ ਹੈ ਜਿਹੜਾ, ਉਹ ਹੁਕਮ ਹੈ ਜਿਹੜਾ, ਉਹ ਅੱਖਰਾਂ ਤੋਂ ਪਰੇ ਹੈ। ਉਹ ਕਿਸੇ ਅੱਖਰ 'ਚ ਨਹੀਂ ਆਉਂਦਾ। ਇਨ ਅੱਖਰਾਂ ਮੈਂ ਕੋਈ ਗੁਰਮੁਖ ਖੋਜੈ, ਤਾਂ ਸਿਰ ਲੇਖ ਨਾ ਹੋਈ। ਇਹਨਾਂ ਅੱਖਰਾਂ ਦੇ ਵਿੱਚੋਂ ਗੁਰਮੁਖ ਲੱਭਦਾ ਰਹਿੰਦਾ ਵੀ ਉਹ ਕੀ ਚੀਜ਼ ਹੈ, ਔਰ ਉਹ ਲੱਭ ਲੈਂਦਾ। ਉਹੀ ਬਾਣੀ ਹੈ।
ਤਾਂ ਹੀ ਗੁਰਬਾਣੀ ਦੇ ਅੰਦਰ ਵੀ ਦਰਜ ਕੀਤਾ ਗਿਆ ਹੈ ਕਿ ਵਾਹ ਬਾਣੀ ਨਿਰੰਕਾਰ ਹੈ। ਉਹ ਤਾਂ ਨਿਰੰਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਕੋਈ ਰੂਪ ਰੇਖ ਰੰਗ ਨਹੀਂ ਹੈ। ਉਹ ਤਿੰਨੇ ਗੁਣਾਂ ਤੋਂ ਪਰੇ ਹੈ। ਤਿੰਨੇ ਗੁਣਾਂ ਦੇ ਅੰਦਰ ਗੁਰਬਾਣੀ ਹੈ, ਔਰ ਗੁਰਬਾਣੀ ਹੀ ਸਾਨੂੰ ਤਿੰਨੇ ਗੁਣਾਂ ਤੋਂ ਪਰੇ ਲੈ ਜਾਂਦੀ ਹੈ। ਸੋ ਪਹਿਲਾਂ ਧਿਆਨ ਮਨ 'ਚ ਰੱਖਣਾ ਹੈ ਕਿ ਮਨ ਨੂੰ ਮਾਇਆ 'ਚੋਂ ਬਾਹਰ ਕੱਢਣਾ ਹੈ, ਉਪਦੇਸ਼ ਚੇਤੇ ਰੱਖਣਾ ਹੈ, ਗੁਰਬਾਣੀ 'ਚ ਜੋ ਦਿੱਤਾ ਹੈ। ਜਦੋਂ ਮਨ ਮਾਇਆ 'ਚੋਂ ਬਾਹਰ ਆ ਗਿਆ ਫਿਰ ਧਿਆਨ ਰੱਖਣਾ ਹੁਕਮ 'ਚ, ਕਿਉਂਕਿ ਫਿਰ ਸ਼ਬਦ ਗੁਰੂ ਸੁਣੇਗਾ, ਹੁਕਮ ਸੁਣੇਗਾ, ਫਿਰ ਪੂਰਨ ਸੋਝੀ ਹੈ ਤੇ ਸ਼ਬਦ ਸੁਰਤ ਭਵ ਸਾਗਰ ਤਰੀਏ। ਫਿਰ ਇਹ ਭਵ ਸਾਗਰ ਵਿੱਚ ਰਹਿੰਦਾ ਹੋਇਆ ਉਸ ਹੁਕਮ ਨਾਲ ਜੁੜ ਜਾਂਦਾ, ਜਿਹੜੇ ਹੁਕਮ ਨਾਲ ਇਹ ਭਵ ਸਾਗਰ ਚੱਲ ਰਿਹਾ। ਫਿਰ ਭਵ ਸਾਗਰ ਵਿੱਚ ਰਹਿੰਦਾ ਹੋਇਆ ਉਸ ਹੁਕਮ ਰੂਪੀ ਜਹਾਜ਼ ਤੇ ਅਸਵਾਰੀ ਕਰਦਾ ਹੈ। ਪਰ ਡੁੱਬਦਾ ਨਹੀਂ ਹੈ। ਸੋ ਪਾਤਸ਼ਾਹ ਕਹਿੰਦੇ ਅੰਤ ਨ ਜਾਪੈ ਕੀਤਾ ਆਕਾਰ, ਨਹੀਂ ਜਾਣਿਆ ਜਾ ਸਕਦਾ ਉਹਦੇ ਆਕਾਰ ਦਾ ਕਿ ਕਿਹੋ ਜਿਹਾ। ਆਪਣੀ ਅੰਤਰ ਆਤਮਾ ਦੇ ਆਕਾਰ ਨਹੀਂ ਜਾਣਿਆ ਜਾ ਸਕਦਾ। ਜਿੰਨੀਆਂ ਜੋਤਾਂ ਸੱਚਖੰਡ ਵਿੱਚ ਨੇ ਉਹਨਾਂ ਦਾ ਤਾਂ ਕਿੱਥੋਂ ਜਾਣਿਆ ਜਾਊਗਾ। ਸੋ ਪਾਤਸ਼ਾਹ ਕਹਿੰਦੇ ਅੰਤ ਨਾ ਜਾਪੈ ਪਾਰਾਵਾਰ, ਉਸ ਦਾ ਪਾਰਾਵਾਰ ਵੀ ਕੋਈ ਨਹੀਂ, ਅੰਤ ਨਹੀਂ। ਹਾਂ, ਜਿੰਨੀ ਕੁ ਸੋਝੀ ਪਾਤਸ਼ਾਹ ਕਹਿੰਦੇ ਸਾਨੂੰ ਚਾਹੀਦੀ ਹੈ ਉਨੀ ਕੋ ਦੇਈ ਜਾਂਦਾ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਉਹੀ ਦੇਈ ਜਾ ਰਿਹਾ ਸੋਝੀ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਨਾਨਕ ਜੀ ਕਹਿੰਦੇ ਜਿਹੜੇ ਦਾਸ ਹੁੰਦੇ ਆ ਉਸ ਹੁਕਮ ਦੇ, ਜੋ ਉਸ ਦੀ ਰਜ਼ਾ ਵਿੱਚ ਚੱਲਦੇ ਆ, ਜੋ ਉਹਦੇ ਭਾਣੇ ਨੂੰ ਸਵੀਕਾਰ ਕਰਦੇ ਆ, ਉਹ ਜੋ ਵੀ ਮੁਖੋਂ ਬੋਲਦੇ ਆ, ਕਿਉਂਕਿ ਉਹਨਾਂ ਕੋਲ ਸਰੀਰ ਹੁੰਦਾ ਹੈ, ਬੋਲਦੇ ਉਹੀ ਨੇ, ਬੁਲਾਉਣ ਵਾਲਾ ਹੁਕਮ ਹੈ। ਇਹਾਂ ਉਹਾਂ ਸੱਚ ਹੋਵੇ, ਉਹ ਉਸ ਹੁਕਮ ਦੀ ਉਹ ਗੱਲ ਕਰਦੇ ਆ, ਕਿਉਂਕਿ ਹੁਕਮ ਇੱਥੇ ਵੀ ਸੱਚ ਹੈ, ਜਿੱਥੋਂ ਪੈਦਾ ਹੁੰਦਾ ਉੱਥੇ ਵੀ ਸੱਚ ਹੈ। ਜੀ ਅਸੀਂ ਇੱਥੇ ਕੁਝ ਬੋਲਦੇ ਹਾਂ, ਸਾਡਾ ਇੱਥੇ ਬੋਲਿਆ ਤਾਂ ਕਿਤੇ ਸੱਚ ਹੋ ਸਕਦਾ, ਪਰ ਸੱਚੇ ਦੇ ਦਰਬਾਰ 'ਚ ਸੱਚ ਨਹੀਂ ਹੋਣਾ, ਕਿਉਂਕਿ ਅਸੀਂ ਇੱਥੇ ਜੋ ਕੁਝ ਵੀ ਬੋਲਾਂਗੇ ਉਹ ਮਾਇਆ ਲਈ ਉਹ ਬੋਲਾਂਗੇ। ਪਾਤਸ਼ਾਹੀਆਂ ਨੇ ਜੇ ਇੱਥੇ ਵੀ ਕੁਝ ਬੋਲਿਆ ਤਾਂ ਉਹ ਵੀ ਆਤਮਾ ਬਾਰੇ ਬੋਲਿਆ, ਕਿਉਂਕਿ ਆਤਮਾ ਦਾ ਸਤ ਸਰੂਪ ਹੈ। ਤਾਂ ਹੀ ਗੁਰਬਾਣੀ 'ਚ ਬਚਨ ਆਇਆ ਸੀ ਕਿ ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਗੁਰਬਾਣੀ 'ਚ ਗੱਲ ਹੀ ਜੋਤ ਤੇ ਆਧਾਰ ਤੇ ਕੀਤੀ ਗਈ, ਤਾਂ ਇੱਥੇ ਸੱਚ ਹੈ, ਕਿਉਂਕਿ ਅੱਗੇ ਵੀ ਜੋਤ ਹੀ ਸੱਚ ਹੈ। ਜਿਵੇਂ ਇੱਕ ਆਮ ਆਪਾਂ ਪੰਜਾਬੀ 'ਚ ਇੱਥੇ ਉਦਾਹਰਨ ਦਿੰਦੇ ਵੀ ਬੰਦਾ ਤਾਂ ਹੈਗਾ ਸੱਚਾ ਸੁੱਚਾ, ਬਸ ਥੋੜ੍ਹਾ ਜਿਹਾ ਬੋਲਣ ਦਾ ਹੀ ਨਹੀਂ ਢੰਗ ਹੈਗਾ। ਜਾਂ ਇੱਕ ਆਪਾਂ ਕਹਿੰਦੇ ਵੀ ਬੰਦਾ ਦਿਲੋਂ ਨਹੀਂ ਮਾੜਾ, ਥੋੜ੍ਹਾ ਜਿਹਾ ਬੋਲ ਭੜਕ ਹੈ। ਆਮ ਸਾਡੀ ਭਾਸ਼ਾ ਦੇ ਅੰਦਰ ਇਹ ਸ਼ਬਦ ਪ੍ਰਚਲਿਤ ਹੈ, ਪਰ ਜਿਹੜੇ ਗੁਰਮੁਖ ਨੇ ਉਹ ਇੱਥੇ ਵੀ ਸੱਚ ਹੀ ਬੋਲਦੇ ਆ, ਕਿਉਂਕਿ ਉਹਨਾਂ ਕੋਲ ਸਰੀਰ ਹੁੰਦਾ ਹੈ। ਤੇ ਸੱਚ ਕੀ ਹੈ? ਜੋਤ। ਜੋਤ ਸਦਾ ਹੀ ਸੱਚ ਹੈ। ਜੋਤ ਨੂੰ ਭਰਮ ਜ਼ਰੂਰ ਘੇਰ ਲੈਂਦਾ, ਮੈਲ ਜ਼ਰੂਰ ਲੱਗ ਜਾਂਦੀ ਆ, ਪਰ ਕੋਈ ਚੀਜ਼ ਮੈਲ ਲੱਗਣ ਦੇ ਨਾਲ ਖਤਮ ਨਹੀਂ ਹੁੰਦੀ। ਜੇ ਆਪਣੇ ਸਰੀਰ ਦੇ ਉੱਪਰ ਮੈਲ ਲੱਗ ਗਈ ਤਾਂ ਸਰੀਰ ਥੋੜ੍ਹਾ ਖਤਮ ਹੋ ਗਿਆ, ਮੈਲ ਲਾ ਦਿਓ ਫੇਰ ਹੋ ਜਾਈਏ। ਜੇ ਜੋਤ ਨੂੰ ਮੈਲ ਲੱਗ ਗਈ, ਭਰਮ ਚਿੰਬੜ ਗਿਆ, ਤਾਂ ਭਰਮ ਲਾਇਆ ਜਾ ਸਕਦਾ। ਗੁਰ ਪ੍ਰਸਾਦ ਭਰਮ ਕਾ ਨਾਸ। ਹੋਰ ਕੋਈ ਸਾਡੇ 'ਚ ਨੁਕਸ ਨਹੀਂ ਹੈ, ਸਾਡੀ ਸਾਰੀ ਬਿਮਾਰੀ ਠੀਕ ਹੋ ਚੁੱਕੀ ਹੈ। ਸਿਰਫ ਇੱਕ ਕਿਣਕੇ ਜਿੰਨਾ ਭਰਮ ਸਾਨੂੰ ਰਹਿੰਦਾ ਹੈ। ਕਿਣਕਾ ਹੀ ਸਾਡੇ ਕੋਲ ਦਵਾਈ ਹੈ ਤੇ ਕਿਣਕਾ ਹੀ ਸਾਡਾ ਰੋਗ ਹੈ। ਬਸ ਉਸ ਕਿਣਕੇ ਦੇ ਉੱਪਰ
ਨਾਮ ਦੀ दारू ਨੇ ਜਦੋਂ ਜਾ ਕੇ ਡਿੱਗਣਾ, ਭਾਵ ਕਿ ਜ਼ਖਮ ਸਾਰਾ ਠੀਕ ਹੈ, ਉੱਪਰ ਮਾੜਾ ਜਿਹਾ ਦਾਗ ਹੈ। ਜਦੋਂ ਉਸ ਦਾਗ ਦੇ ਉੱਪਰ ਨਾਮ ਰੂਪੀ ਬੂੰਦ ਨੇ ਡਿੱਗਣਾ ਤਾਂ ਦਾਗ ਖਤਮ ਹੋ ਜਾਣਾ, ਅਸੀਂ ਉੱਗ ਪੈਣਾ। ਇੱਕ ਅਸੀਂ ਹੋਈ ਹੋਏ ਹਾਂ, ਉੱਗਣ ਦੀ ਦੇਰ ਹੈ ਬਸ। ਜਦੋਂ ਉੱਗ ਪਿਆ ਤਾਂ ਫਿਰ ਜੀਵਨ ਸਫਲ ਹੈ, ਫਿਰ ਬਾਣੀ ਹੈ, ਫਿਰ ਸ਼ਬਦ ਕੋਲ ਹੈ। ਔਰ ਜਿਹੜਾ ਉੱਗਿਆ ਹੋਇਆ ਉਹੀ ਬੋਲ ਸਕਦਾ ਇੱਥੇ ਸੱਚ ਤੇ ਅਗਾਂਹ ਸੱਚ। ਸੋ ਜਿਹੜਾ ਹੁਕਮ ਮੇਰੇ ਰਾਹੀਂ ਉਸਨੇ ਦ੍ਰਿੜ ਕਰਵਾਇਆ, ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਭੇਜ ਦਿੰਦਾ ਹੈ। ਇੱਥੇ ਫਿਰ ਕੋਈ ਨਾ ਕੋਈ ਉਸ ਦੀ ਭੁੱਖ ਵਾਲਾ ਪ੍ਰਾਪਤ ਵੀ ਹੋ ਜਾਂਦਾ, ਪ੍ਰਾਪਤ ਵੀ ਕਰ ਲੈਂਦਾ। ਪਰ ਉਸ ਦਾ ਹੁਕਮ ਹੈ ਜਿਹੜਾ, ਉਸ ਦਾ ਪਾਰਾਵਾਰ ਨਹੀਂ। ਇਹ ਨਹੀਂ ਕਿ ਜੇ ਗੁਰੂ ਨਾਨਕ ਸਾਹਿਬ ਨੇ ਉਹ ਹੁਕਮ ਬੁੱਝ ਲਿਆ ਸੀ, ਕੋਈ ਹੋਰ ਨਹੀਂ ਬੁੱਝ ਸਕਦਾ। ਕੋਈ ਵੀ ਬੁੱਝ ਸਕਦਾ ਹੁਕਮ। ਜੇ ਗੁਰੂ ਨਾਨਕ ਸਾਹਿਬ ਨੇ ਹੁਕਮ ਬੁੱਝਿਆ ਸੀ ਤਾਂ ਦੂਜੇ ਪਾਤਸ਼ਾਹ ਨੇ ਵੀ ਬੁੱਝ ਲਿਆ ਸੀ। ਦੂਜੇ ਪਾਤਸ਼ਾਹ ਨੇ ਬੁੱਝਿਆ, ਤੀਜਿਆਂ ਨੇ ਵੀ ਬੁੱਝ ਲਿਆ। ਬੇਅੰਤ ਗੁਰਸਿੱਖਾਂ ਨੇ ਹੁਕਮ ਬੁੱਝਿਆ ਹੋਇਆ, ਤੇ ਜਿਹੜਾ ਹੁਕਮ ਬੁੱਝ ਲੈਂਦਾ ਉਹ ਜੀਵਨ ਸਫਲ ਹੈ। ਕੋਈ ਪਤਾ ਨਹੀਂ, ਪਾਤਸ਼ਾਹ ਕਹਿੰਦੇ ਕਿੰਨਿਆਂ ਕਿੰਨੇ ਉਸ ਦੇ ਹੁਕਮ ਨੂੰ ਬੁੱਝਿਆ, ਜਾਣਿਆ। ਹੁਕਮ ਜਾਣਿਆ ਜਾ ਸਕਦਾ, ਹਾਕਮ ਨਹੀਂ ਜਾਣਿਆ ਜਾ ਸਕਦਾ ਵੀ ਹੁਕਮ ਆਉਂਦਾ ਕਿੱਥੋਂ ਹੈ। ਉਹ ਸੋਰਸ ਦਾ ਨਹੀਂ ਪਤਾ ਲੱਗਦਾ, ਉਹ ਬੇਅੰਤ ਹੈ, ਉਹਦਾ ਪਾਰਾਵਾਰ ਨਹੀਂ ਹੈ। ਕਿਉਂਕਿ ਹੁਕਮ ਤਾਂ ਉਨਾ ਚਿਰ ਹੀ ਹੈ ਜਿੰਨਾ ਚਿਰ ਸ੍ਰਿਸ਼ਟੀ ਹੈ। ਜਦੋਂ ਸ੍ਰਿਸ਼ਟੀ ਖਤਮ ਹੈ ਤਾਂ ਉਦੋਂ ਹੁਕਮ ਵੀ ਖਤਮ ਹੈ। ਹਾਕਮ ਸਦਾ ਰਹਿੰਦਾ। ਅਸਲ ਵਿੱਚ ਹਾਕਮ ਹੁਕਮ ਇੱਕੋ ਹੀ ਗੱਲ ਹੈ। ਜਦੋਂ ਸ੍ਰਿਸ਼ਟੀ ਹੁੰਦੀ ਹੈ ਉਹ ਹੁਕਮ ਰੂਪ 'ਚ ਹੈ, ਤੇ ਜਦੋਂ ਸ੍ਰਿਸ਼ਟੀ ਨਹੀਂ ਹੈ ਉਦੋਂ ਹਾਕਮ ਰੂਪ 'ਚ ਹੈ। ਹਾਕਮ ਬਾਰੇ ਕੁਝ ਨਹੀਂ ਦੱਸਿਆ ਜਾ ਸਕਦਾ, ਹੁਕਮ ਬਾਰੇ ਤਾਂ ਗੁਰਬਾਣੀ 'ਚ ਦੱਸਿਆ ਹੀ ਹੋਇਆ। ਹੁਕਮ ਹੀ ਅਸੀਂ ਬੁੱਝਣਾ, ਹੁਕਮ ਨੂੰ ਹੀ ਅਸੀਂ ਜਾਣਨਾ। ਹੁਕਮ ਹੀ ਸਾਡਾ ਆਪਣਾ ਮੂਲ ਹੈ। ਜਿੱਦਣ ਅਸੀਂ ਹੁਕਮ ਨੂੰ ਜਾਣ ਲਿਆ, ਜੀਵਨ ਸਫਲ। ਸੋ ਕਈਆਂ ਨੂੰ ਲਿਖਣ ਬਾਰੇ ਕਹਿ ਦਿੰਦਾ, ਤੇ ਕਈਆਂ ਨੂੰ ਚੁੱਪ ਰਹਿਣ ਬਾਰੇ ਕਹਿ ਦਿੰਦਾ ਕਿ ਤੁਸੀਂ ਚੁੱਪ ਰਹਿ ਕੇ ਸਮਝਾਓ। ਕਈਆਂ ਨੂੰ ਕਹਿੰਦਾ ਲਿਖੋ, ਜਿਵੇਂ ਪਾਤਸ਼ਾਹੀਆਂ ਨੇ ਲਿਖੀ ਗੁਰਬਾਣੀ, 6ਵੇਂ ਤੇ 7ਵੇਂ 8ਵੇਂ ਨੇ ਨਹੀਂ ਲਿਖੀ। ਉਹ ਕਹਿੰਦਾ ਚੁੱਪ ਰਹੋ, ਸਮਝਾਓ ਇਹਨਾਂ ਨੂੰ। ਪਾਤਸ਼ਾਹ ਸਮਝਾਉਂਦੇ ਰਹੇ। ਸੋ ਅੰਤ ਨਾ ਜਾਪੈ ਪਾਰਾਵਾਰ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਉਸ ਨੂੰ ਜਾਣ ਵੀ ਲਿਆ, ਹੁਕਮ ਨੂੰ ਜਾਣ ਵੀ ਲਿਆ, ਹੁਕਮ ਨੂੰ ਬੁੱਝ ਲਿਆ, ਉਹਨਾਂ ਨੇ ਜਾਣ ਕੇ ਵੀ ਬੁੱਝ ਕੇ ਵੀ ਸਾਨੂੰ ਹੁਕਮ ਬਾਰੇ ਹੀ ਦੱਸਿਆ ਕਿ ਹੁਕਮ ਹੈ ਕੀ, ਇਹ ਨਹੀਂ ਦੱਸਿਆ। ਹੁਕਮ ਬਾਰੇ ਦੱਸਿਆ ਕਿ ਉਹ ਚੀਜ਼ ਕੀ ਹੈ, ਇਹ ਤਾਂ ਸਾਨੂੰ ਫੇਰ ਬੁਝਾਰਤ ਸਾਡੇ ਤੇ ਖੜੀ ਹੈ। ਸਾਹਿਬ ਮੇਰਾ ਨੀਤ ਨਵ ਹੈ, ਨਿਤ ਨਵੀਂ ਸੋਝੀ ਆਉਂਦੀ ਹੈ ਆਪਣੇ ਮੂਲ ਦੇ ਕੋਲ ਹੀ। ਸੋ ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਬੜੇ ਬਿਲਕਦੇ ਨੇ ਪਾਤਸ਼ਾਹ ਕਹਿੰਦੇ, ਅੰਤ ਪਾਉਣ ਵਾਲੇ ਬੜਾ ਜ਼ੋਰ ਲਾਉਂਦੇ ਆ, ਪਰ ਅੰਤ ਪਾਇਆ ਨਹੀਂ ਜਾਂਦਾ। ਹਰ ਕੋਈ ਜ਼ੋਰ ਲਾਉਂਦਾ ਹੈ। ਜਿਹੜਾ ਮਾਇਆ ਦੀ ਖੋਜ ਕਰਦਾ ਉਹ ਵੀ ਸਿਰੇ ਤੱਕ ਖੋਜ ਕਰਦੇ, ਤੇ ਜਿਹੜੇ ਰੱਬ ਨੂੰ ਪਾਉਣਾ ਚਾਹੁੰਦੇ ਆ ਉਹ ਵੀ ਉਹਦੀ ਖੋਜ ਸਿਰੇ ਤੱਕ ਕਰਦੇ। ਇੱਕ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦੇ, ਇੱਕ ਮਾਇਆ ਨੂੰ ਪਾਉਣ ਦੀ ਕੋਸ਼ਿਸ਼ ਕਰਦੇ। ਪਰ ਇੱਕ ਗੁਰਮੁਖ ਹੈ ਜਿਹੜਾ, ਉਹ ਆਪਣੇ ਆਪ ਨੂੰ ਹੀ ਰੱਬ ਮੰਨ ਕੇ ਆਪਣੇ 'ਚ ਹੀ ਉਹ ਗੁਣ ਪੈਦਾ ਕਰ ਲੈਂਦਾ, ਉਹ ਅਸਲੀ ਵਸਤੂ ਲੈ ਜਾਂਦਾ ਹੈ। ਉਹ ਇਹ ਨਹੀਂ ਕਹਿੰਦਾ ਮੈਂ ਰੱਬ ਦੇ ਦਰਸ਼ਨ ਕਰਨੇ, ਕਿਉਂਕਿ ਉਹਨੂੰ ਪਤਾ ਰੱਬ ਤਾਂ ਮੈਂ ਆਪ ਹੀ ਹਾਂ। ਦਰਸ਼ਨ ਹੁੰਦਾ ਸੋਝੀ, ਮੈਨੂੰ ਆਪਣੇ ਆਪ ਦੀ ਸੋਝੀ ਆ ਗਈ ਕਿ ਮੈਂ ਹੀ ਜੋਤ ਸਰੂਪ ਹੈ। ਬਸ ਮੈਂ ਆਪਣੇ 'ਚੋਂ ਲੱਛਣ ਪੈਦਾ ਕਰਨੇ, ਉਹ ਗੁਣ ਪੈਦਾ ਕਰਨੇ, ਉਹ ਕੁਆਲਿਟੀ ਪੈਦਾ ਕਰਨੀ। ਜਿਹਦੇ ਉਹ ਕੁਆਲਿਟੀ ਆ ਗਈ ਤਾਂ ਮੇਰਾ ਜੀਵਨ ਸਫਲ ਹੈ। ਸੋ ਪਾਤਸ਼ਾਹ ਕਹਿੰਦੇ ਜਿਹੜੇ ਕਿਤੇ ਵੱਖ ਸਮਝ ਕੇ ਚੱਲਦੇ ਆ ਉਹ ਬੜੇ ਬਿਲਕਦੇ ਆ, ਕਿਉਂਕਿ ਉਹ ਬਾਹਰ ਸਮਝਦੇ ਆ, ਬਾਹਰੋਂ ਹੀ ਕਿਸੇ ਚੀਜ਼ ਦੀ ਖੋਜ ਕਰਦੇ ਆ, ਉਹਦਾ ਹੀ ਅੰਤ ਪਾਉਣਾ ਚਾਹੁੰਦੇ। ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ?
ਸੋ ਫਿਰ ਪਛਤਾਵਾ ਜ਼ਰੂਰ ਹੁੰਦਾ ਹੈ, ਕਿਉਂਕਿ ਉਹ ਅੰਤ ਦਾ ਆਪਣਾ ਹੀ ਗਵਾ ਜਾਂਦੇ ਹੈ। ਸਰੀਰ ਰਹਿ ਜਾਂਦਾ ਹੈ, ਆਤਮਾ ਨਿਕਲ ਜਾਂਦੀ ਹੈ। ਤੇ ਜਦੋਂ ਆਤਮਾ ਸਰੀਰ ਨੂੰ ਛੱਡਦੀ ਹੈ, ਫਿਰ ਸੋਝੀ ਆ ਜਾਂਦੀ ਹੈ ਵੀ ਮੂਰਖਾ, ਤੂੰ ਹੀ ਤਾਂ ਸਭ ਕੁਝ ਸੀ, ਤੂੰ ਤਾਂ ਹੋਰ ਹੀ ਰਾਹ ਤੇ ਪੈ ਗਿਆ। ਇਲਾਜ ਤਾਂ ਤੂੰ ਆਪਣਾ ਕਰਨਾ ਸੀ, ਤੂੰ ਤਾਂ ਦੂਜਿਆਂ ਦੇ ਇਲਾਜ ਕਰਨ ਲੱਗ ਗਿਆ, ਤੂੰ ਤਾਂ ਦੂਜਿਆਂ ਨੂੰ ਉਪਦੇਸ਼ ਦੇਣ ਲੱਗ ਗਿਆ। ਉਪਦੇਸ਼ ਤਾਂ ਤੂੰ ਆਪ ਲੈਣਾ ਸੀ। ਪ੍ਰਥਮੇ ਮਨ ਪ੍ਰਬੋਧਾ ਹੈ ਆਪਣਾ, ਪਹਿਲਾਂ ਆਪਣੇ ਮਨ ਨੂੰ ਤਾਂ ਉਪਦੇਸ਼ ਦਿੰਦਾ, ਪਾਛੇ ਅਵਰੀ ਰੀਝਾਵੇ, ਫਿਰ ਦੂਜਿਆਂ ਨਾਲ ਬੈਠ ਕੇ ਵਿਚਾਰ ਕਰਦਾ। ਸੋ ਪਛਤਾਵਾ ਜ਼ਰੂਰ ਪੱਲੇ ਪੈ ਜਾਂਦਾ। ਪਾਤਸ਼ਾਹ ਕਹਿੰਦੇ ਹੁਣ ਚੁੱਪਚਾਪ 84 ਦਾ ਗੇੜਾ ਸ਼ੁਰੂ ਹੈ। ਫਿਰ ਚੁੱਪ ਹੀ ਰਹਿਣਾ ਪੈਂਦਾ, ਕਿਉਂਕਿ ਹੁਣ ਬਿੱਲ ਆਇਆ ਨਾ, ਹੁਣ ਹੀ ਬਹੁਤ ਜ਼ਿਆਦਾ ਭੜਕਦਾ, ਮਨੁੱਖੀ ਭੜਕਦਾ ਸਭ ਤੋਂ ਜ਼ਿਆਦਾ। ਤੇ ਬਾਅਦ ਦੇ ਵਿੱਚ ਫਿਰ ਸਰੀਰ ਇਹੋ ਜਿਹੇ ਮਿਲ ਜਾਂਦੇ ਆ, ਫਿਰ ਤਾਂ ਕੀ ਬੋਲਣਾ। ਸੋ ਜਿੱਡੀ ਗਲਤੀ ਹੈ ਉੱਡੀ ਉਹ ਵੱਡੀ ਸਜ਼ਾ ਹੈ। ਪਹਿਲਾਂ ਦੇਵਤਿਆਂ ਨੇ ਕੋਸ਼ਿਸ਼ਾਂ ਕੀਤੀਆਂ, ਹੰਕਾਰੀ ਹੋ ਗਏ। ਅਸਲ ਦੇਵਤਾ ਨਹੀਂ ਹੁੰਦਾ, ਦੇਵ ਹੁੰਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਅੰਤਰ ਦੇਵ ਨਾ ਜਾਣੇ ਅੰਧ। ਜਿਹੜਾ ਸਾਡਾ ਮੂਲ ਹੈ ਉਹ ਦੇਵ ਹੈ, ਜੋ ਸਾਨੂੰ ਦੇ ਰਿਹਾ, ਗਿਆਨ ਦੇ ਰਿਹਾ, ਉਹ ਦੇਵ ਹੈ। ਜਿਨੀ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ, ਉੱਥੇ ਦੇਵ ਤੇ ਆ ਗਿਆ ਕਿ ਜਿਹੜਾ ਜੋਤ ਮਾਨਸ ਮੰਨਦੀ ਸੀ ਸਰੀਰ ਨਾਲ ਜੁੜ ਕੇ, ਉਹਨੂੰ ਪਤਾ ਲੱਗ ਗਿਆ। ਜਦੋਂ ਨੂੰ ਪਤਾ ਲੱਗਿਆ ਕਿ ਇਹ ਦੇਵਤੇ ਵੀ ਤੂੰ ਤਾਂ ਦੇਵਤਾ ਹੈ, ਭਾਵ ਕਿ ਤੂੰ ਤਾਂ ਸੱਚ ਦੀ ਜਾਣਕਾਰੀ ਦੇਣ ਵਾਸਤੇ ਆਇਆ ਹੋਇਆ, ਤੇ ਜਾਂ ਸੱਚ ਦੀ ਜਾਣਕਾਰੀ ਲੈਣ ਵਾਸਤੇ ਆਇਆ ਹੋਇਆ। ਜੇ ਥੋੜੀ ਹੈ ਤਾਂ ਲੈ ਲਾ, ਜੇ ਜ਼ਿਆਦਾ ਹੈ ਤਾਂ ਦੇ। ਪਰ ਪਾਤਸ਼ਾਹ ਕਹਿੰਦੇ ਅੰਤਰ ਦੇਵ ਨਾ ਜਾਣੇ ਆਂਦਾ। ਇੰਨਾ ਅੰਨਾ ਹੋ ਗਿਆ, ਅੱਖਾਂ ਨੂੰ ਸੂਤਕ ਲੱਗ ਗਿਆ, ਭਰਮ ਇੰਨਾ ਜ਼ਿਆਦਾ ਜੋਤ ਨੂੰ ਪੈ ਗਿਆ ਕਿ ਜਿਹੜਾ ਹਿਰਦੇ 'ਚ ਬੈਠਾ ਦੇਵ ਸੀ, ਸੋਝੀ ਦੇਣ ਵਾਲਾ, ਉਹ ਭੁੱਲ ਗਿਆ। ਸ਼ਿਵ ਜੀ, ਵਿਸ਼ਨ, ਬ੍ਰਹਮਾ, ਇੰਦਰ, ਇਹਨਾਂ ਦੇਵਤਿਆਂ ਨੇ, ਇਹਨਾਂ ਦੇ ਦੇਵਤੇ ਮੰਨੇ ਜਾਂਦੇ। ਜੋ ਸਨਾਤਨ ਮੱਤ ਵਾਲਾ ਉਹ ਇਹਨਾਂ ਨੂੰ ਦੇਵਤੇ ਮੰਨਦੇ, ਪਰ ਝਗੜਾ ਸਭ ਤੋਂ ਵੱਧ ਹੈ। ਇਹਨਾਂ 'ਚ ਮਾੜਾ ਰਾਖਸ਼ਾਂ ਨੂੰ ਗਿਣਦੇ ਨੇ। ਕਹਿੰਦੇ ਉਹ ਨੇ ਕਿ ਰਾਖਸ਼ ਨੇ, ਪਰ ਝਗੜਾ ਆਪਸ ਵਿੱਚ ਹੈ। ਸੋ ਅੱਜ ਵੀ ਉਹ ਪਛਤਾਉਂਦੇ ਨੇ ਲੋਕ ਜਿਹੜੇ ਦਾਅਵੇ ਕਰਦੇ ਸੀ। ਪਰਮੇਸ਼ਰ ਨੇ ਭਾਣਾ ਵਰਤਾ ਦਿੱਤਾ, ਲੋਕ ਸਵਾਲ ਪੁੱਛਦੇ ਹਨ। ਸਭ ਚੁੱਪ ਨੇ, ਕਿੱਥੇ ਗਏ ਕੀਤੇ ਵਾਅਦੇ। ਪਰਮੇਸ਼ਰ ਤਾਂ ਹੁਣ ਵੀ ਹੈ, ਸਗੋਂ ਆਪਣੀ ਹੋਂਦ ਬਣਾਉਣ ਲਈ ਅਜੇ ਪਰਮੇਸ਼ਰ ਨੂੰ ਦੋਸ਼ੀ ਮੰਨਦੇ ਹਨ। ਸਿੱਧੇ ਨਹੀਂ, ਅਸਿੱਧੇ ਤੌਰ ਤੇ ਚਲਾਕ ਬਹੁਤ ਹੈ। ਅੱਜ ਵੀ ਬੜੇ ਨੇ, ਪਹਿਲਾਂ ਵਾਅਦਾ ਕਰ ਲੈਣਗੇ ਕਿ ਐਂ ਹੋਊਗਾ, ਉਵੇਂ ਹੁੰਦਾ ਨਹੀਂ। ਫਿਰ ਲੋਕ ਪੁੱਛਦੇ ਜੀ ਹੋਇਆ ਤਾਂ ਹੈ ਨਹੀਂ, ਫਿਰ ਕਹਿਣਗੇ ਜੀ ਇਹ ਰੱਬ ਦੀ ਕੋਈ ਕਰੋਪੀ ਹੈ, ਰੱਬ ਦਾ ਹੀ ਕੋਈ ਭਾਣਾ। ਫਿਰ ਜਦੇ ਬਦਲ ਜਾਂਦੇ ਆ। ਪਹਿਲਾਂ ਹੀ ਇਹ ਗੱਲ ਕਹਿਣ ਵੀ ਉਹਦੀ ਰਜ਼ਾ ਹੈ, ਜੇ ਉਹਨੇ ਕਰਤਾ ਤਾਂ ਵੀ ਵਾਹ-ਵਾਹ, ਨਹੀਂ ਕੀਤਾ ਤਾਂ ਵੀ ਵਾਹ-ਵਾਹ। ਜੇ ਤੁਸੀਂ ਵੈਸੇ ਮੈਨੂੰ ਪੁੱਛਦੇ ਹੋ, ਹੋਣਾ ਉਹੀ ਹੈ ਜੋ ਉਹਦੀ ਰਜ਼ਾ 'ਚ ਹੈ। ਉਹ ਸਾਡੇ ਲਈ ਚੰਗਾ ਹੋਵੇ, ਸਾਡੇ ਲਈ ਮਾੜਾ ਹੋਵੇ, ਉਹ ਗੱਲ ਵੱਖਰੀ ਹੈ, ਬਾਅਦ ਦੀ ਹੈ। ਪਰ ਭਾਣਾ ਉਹਦਾ ਹੁਕਮ ਵਰਤਦਾ ਹੀ ਵਰਤਦਾ ਹੈ, ਉਹ ਚੱਲਦਾ ਹੀ ਰਹਿਣਾ। ਉਹਨੂੰ ਜੇ ਤੁਸੀਂ ਚੰਗਾ ਕਹਿ ਦੋਗੇ ਤਾਂ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਜੇ ਤੁਸੀਂ ਮਾੜਾ ਕਹਿ ਦੋਗੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ। ਹਾਂ, ਜੇ ਚੰਗਾ ਆਖੋਗੇ ਤਾਂ ਤੁਹਾਨੂੰ ਸੌਖਾ ਜ਼ਰੂਰ ਹੋ ਜਾਊਗਾ, ਤੁਸੀਂ ਸੌਖੇ ਹੋ ਜਾਓਗੇ। ਜੇ ਕੋਈ ਚੱਲਦੇ ਦਰਿਆ ਨੂੰ ਮੂਹਰੇ ਨੱਕਾ ਲਾ ਕੇ ਰੋਕਣਾ ਚਾਹੇ ਤਾਂ ਮੂਰਖਤਾ ਹੀ ਹੈ। ਜੇ ਚੱਲਦੇ ਦਰਿਆ ਦੇ ਵਿੱਚ ਆਪ ਬਹਿ ਕੇ ਅੱਗੇ ਜਾਣਾ ਚਾਹਵੇ ਤਾਂ ਸੌਖਾ ਹੈ। ਇਸੇ ਤਰ੍ਹਾਂ ਹੁਕਮ ਚੱਲਦਾ ਹੈ, ਹੁਕਮ ਦੇ ਅਨੁਸਾਰ ਹੀ ਚੱਲਣਾ ਸ੍ਰੇਸ਼ਟ ਗੱਲ ਹੈ। ਸੋ ਜਿਹੜੇ ਅੱਜ ਦੇ ਸੰਸਾਰੀ ਧਾਰਮਿਕ ਲੋਕ ਨੇ, ਉਹ ਬੜੀਆਂ ਚਲਾਕੀਆਂ ਕਰਦੇ ਆ, ਰੱਬ ਦਾ ਨਾਂ ਲੈ ਕੇ ਆਮ ਲੋਕਾਂ ਨੂੰ ਭਰਮਾ ਲੈਂਦੇ ਆ। ਸੋ ਗੁਰਬਾਣੀ ਦੇ ਅੰਦਰ ਵੀ ਪਾਤਸ਼ਾਹ ਕਹਿੰਦੇ ਚਤੁਰਾਈ ਨਾ ਚਤੁਰ ਭੁਜ ਪਾਈ। ਇਹਨਾਂ ਸਿਆਣਪਾਂ ਦੇ ਨਾਲ ਨਹੀਂ ਕੁਛ ਪ੍ਰਾਪਤੀ।
ਸੋ ਬਹੁਤ ਸਿਆਣਪ ਜਮ ਕਾ ਪਹੁ ਵਿਆਪੈ। ਲੋਕਾਂ ਦੀ ਦ੍ਰਿਸ਼ਟੀ ਵਿੱਚ ਤਾਂ ਸ਼ਿਵ ਜੀ ਪਰਮੇਸ਼ਰ ਹੈ, ਭਗਵਾਨ ਹੈ, ਤੇ ਗੁਰਬਾਣੀ ਕਹਿੰਦੀ ਹੈ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ। ਇਹਦਾ ਮਤਲਬ ਉਹਦੇ ਕੋਲ ਬ੍ਰਹਮ ਦਾ ਗਿਆਨ ਵੀ ਨਹੀਂ ਹੈ, ਤਾਂ ਹੀ ਉਹ ਖੋਜਦਾ। ਜੇ ਅਸੀਂ ਤਾਂ ਹੀ ਖੋਜ ਕਰਦੇ ਜਦੋਂ ਸਾਡੇ ਕੋਲ ਕੋਈ ਵਸਤੂ ਨਹੀਂ ਹੁੰਦੀ। ਜੇ ਸਾਡੇ ਕੋਲ ਕੋਈ ਵਸਤੂ ਹੋਵੇ ਫਿਰ ਅਸੀਂ ਥੋੜ੍ਹਾ ਖੋਜ ਕਰਾਂਗੇ। ਤੇ ਸ਼ਿਵ ਜੀ ਦੀ ਤਾਂ ਗੱਲ ਪਾਤਸ਼ਾਹ ਨੇ ਸਿੱਧਾ ਹੀ ਲਿਖਿਆ ਗੁਰਬਾਣੀ 'ਚ ਕਿ ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸਰ, ਕਿ ਤੁਹਾਡਾ ਜਿਹੜਾ ਮੇਨ ਆਗੂ ਹੈ ਜਿਹਨੂੰ ਤੁਸੀਂ ਗੁਰੂ ਮੰਨੀ ਬੈਠੇ ਉਹ ਤਾਂ ਆਪ ਖੋਜ ਕਰਦਾ, ਫਿਰ ਉਹਦੇ ਕੋਲ ਪ੍ਰਾਪਤੀ ਨਹੀਂ ਹੈ। ਅਸੀਂ ਰਾਮ ਕ੍ਰਿਸ਼ਨ ਨੂੰ ਭਗਵਾਨ ਕਹੀ ਜਾਂਦੇ, ਗੁਰਬਾਣੀ ਤਾਂ ਮੰਨਦੀ ਨਹੀਂ। ਚਲੋ ਸਾਡੀ ਤਾਂ ਖੈਰ ਸਲਾਹ ਹੈ, ਸਾਡੇ ਇੱਥੇ ਬ੍ਰਹਮ ਗਿਆਨੀ ਕਹਾਉਣ ਵਾਲੇ ਵੀ ਕਹੀ ਜਾਂਦੇ, ਅਸੀਂ ਤਾਂ ਅੱਗੇ ਬਿਲਕਣਾ ਹੀ ਹੈ। ਇਹ ਕਿੱਥੇ ਜਾਣਗੇ? ਗੁਰਬਾਣੀ ਸੱਚ ਕਹਿੰਦੀ ਹੈ, ਕੱਟ ਕੇ ਦਿਖਾਵੇ ਕੋਈ। ਗੁਰਬਾਣੀ ਨੂੰ ਕੋਈ ਰੱਦ ਕਰਕੇ ਦਿਖਾਵੇ, ਕੋਈ ਨਹੀਂ ਰੱਦ ਕਰ ਸਕਦਾ। ਇਹ ਤਾਂ ਗੁਰਬਾਣੀ 'ਚ ਬਚਨ ਲਿਖੇ ਹੋਏ ਆ। ਇਹ ਤਾਂ ਹੁਣ ਜਿੰਨਾ ਚਿਰ ਸ੍ਰਿਸ਼ਟੀ ਰਹਿਣੀ ਹੈ ਉਹਨਾਂ ਚਿਰ ਆਏਂ ਚੱਲਣਗੇ, ਇਹ ਤਾਂ ਨਹੀਂ ਬਦਲਣ ਲੱਗੇ। ਇਹ ਗੱਲ ਦਰਗਾਹ 'ਚੋਂ ਫਰਮਾਨ ਆਈ ਹੈ ਕਿ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ, ਕਿ ਜਿਹੜਾ ਮਹੇਸ਼ਰ ਹੋਊਗਾ ਉਹ ਕਦੇ ਵੀ ਪ੍ਰਾਪਤੀ ਨਹੀਂ ਕਰ ਸਕਦਾ। ਜੇ ਉਹਨੇ ਪ੍ਰਾਪਤੀ ਕਰਨੀ ਹੈ ਤਾਂ ਉਹਨੂੰ ਮਹੇਸ਼ਰਪਣਾ ਗਵਾਉਣਾ ਪਊਗਾ। ਮਹੇਸ਼ਰਪਣਾ ਗਵਾਊਗਾ ਤਾਂ ਸਿੱਖਕ ਬਣੂਗਾ, ਸਿੱਖਕ ਬਣੂਗਾ ਪ੍ਰਾਪਤੀ ਕਰੂਗਾ। ਵੇਦ ਪੜ੍ਹੇ ਪੜ ਪੰਡਤ ਮੂਹੇ, ਜਿੰਨਾ ਚਿਰ ਪੰਡਤ ਹੋਊਗਾ ਉਹਨਾਂ ਚਿਰ ਵੇਦ ਪੜੂਗਾ, ਗਿਆਨ ਪੜੂਗਾ। ਹੇ ਮੇਰੇ ਮਨਾ, ਜਿੰਨਾ ਚਿਰ ਤੂੰ ਪੰਡਤ ਵਿਰਤੀ ਨਾਲ ਚੱਲੇਗਾ ਤੂੰ ਗੁਰਬਾਣੀ ਪੜ੍ਹੇਗਾ। ਵੇਦ ਪੜ੍ਹੇ ਪੜ ਪੰਡਤ ਮੂਹੇ, ਮਰਦਾ ਰਹੇਗਾ ਕਿਉਂਕਿ ਤੂੰ ਮੰਨਦਾ। ਅਸੀਂ ਮੰਨਦੇ ਨਹੀਂ ਵੀ ਫਲਾਨਾ ਬੰਦਾ ਮਰ ਗਿਆ, ਤਾਂ ਹੀ ਮੰਨਦੇ ਆ ਨਾ ਅਸੀਂ ਕਿ ਫਲਾਨਾ ਬੰਦਾ ਮਰ ਗਿਆ, ਕਿਉਂਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ। ਜਿੱਦਣ ਅਸੀਂ ਗੁਰਬਾਣੀ ਤੋਂ ਪੜ੍ਹਨ ਲੱਗ ਗਏ, ਗੁਰਬਾਣੀ ਸਾਡੇ ਹੱਡਾਂ 'ਚ ਰਚ ਗਈ, ਸਾਡੀ ਅੰਤਰਾਤਮਾ 'ਚ ਵਸ ਗਈ, ਉਦੋਂ ਅਸੀਂ ਇੱਕ ਵੀ ਸ਼ਬਦ ਗੁਰਬਾਣੀ ਤੋਂ ਉਲਟ ਨਹੀਂ ਬੋਲ ਸਕਦੇ। ਇੱਕ ਵੀ ਸ਼ਬਦ ਸਾਡੀ ਜ਼ੁਬਾਨੋਂ ਐਸਾ ਨਹੀਂ ਨਿਕਲ ਸਕਦਾ ਜਿਹੜਾ ਗੁਰਬਾਣੀ ਤੋਂ ਉਲਟ ਹੋਵੇ। ਜੋ ਗੁਰਬਾਣੀ ਤੋਂ ਉਲਟ ਸ਼ਬਦ ਹੈ ਉਹ ਦਰਗਾਹ 'ਚ ਤੋਂ ਵੀ ਉਲਟ ਸ਼ਬਦ ਹੈ। ਗੁਰਬਾਣੀ ਤੋਂ ਬਾਹਰ ਕਿਵੇਂ ਬੋਲ ਦੋਗੇ? ਗੁਰਬਾਣੀ ਪਰਮੇਸ਼ਰ ਵੱਲੋਂ ਫਰਮਾਨਾ ਹੈ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਚੱਲਦਾ ਕਾਨੂੰਨ। ਕਾਨੂੰਨ ਤੋਂ ਬਾਹਰ ਕੋਈ ਸ਼ਬਦ ਕਿਵੇਂ ਕਹਿ ਦੋਗੇ? ਇੱਥੇ ਇੰਡੀਆ 'ਚ ਕਾਨੂੰਨ ਤੋਂ ਬਿਨਾਂ ਤੁਸੀਂ ਕੁਝ ਕਰਕੇ ਦਿਖਾਓ ਤੇ ਤਕਲੀਫ ਹੈ ਕਿ ਸੱਚ ਦੀ ਦਰਗਾਹ 'ਚ ਨਹੀਂ ਹੋਊਗੀ। ਉੱਥੇ ਸੱਚੋ ਹੀ ਸੱਚ ਨਿਬੜਾ ਹੈ, ਇੱਥੇ ਬਲਛਲ ਹੈ, ਇੱਥੇ ਹੁੰਦਾ ਹੀ ਰਹਿਣਾ, ਇੱਥੇ ਚੱਲਦਾ ਹੀ ਰਹਿਣਾ। ਅਸੀਂ ਇੱਥੇ ਹੀ ਸੱਚ ਸਾਬਤ ਕਰਨਾ ਚਾਹੁੰਦੇ, ਇੱਥੇ ਸੱਚ ਸਾਬਤ ਨਹੀਂ ਹੁੰਦਾ, ਇੱਥੇ ਝੂਠ ਹੀ ਰਹੂਗਾ। ਕਿਉਂ? ਹੁਣ ਵੱਡਾ ਮਾਇਆ ਵਡਿਆ, ਇੱਥੇ ਮਾਇਆ ਦੀ ਵਡਿਆਈ ਰਹੂਗੀ। ਸੋ ਵੱਡਾ ਜਿਨ ਰਾਮ ਲੈ ਬੁਲਾਈ ਦਰਗਾਹ 'ਚ ਉਹ ਹੈ। ਜੇ ਅੱਜ ਅਸੀਂ ਸਿਫਤ ਵੀ ਕਰਦੇ ਹਾਂ, ਜਾਂ ਪਾਤਸ਼ਾਹੀਆਂ ਦੀ ਕਰਦੇ ਹਾਂ, ਭਗਤ ਸਾਹਿਬਾਨਾਂ ਦੀ ਕਰਦੇ ਹਾਂ, ਅਸੀਂ ਵੀ ਸੁਣੀ ਸੁਣਾਈਓ ਸਿਫਤ ਕਰਦੇ ਹਾਂ। ਸਾਨੂੰ ਇਹ ਵੀ ਨਹੀਂ ਪਤਾ ਵੀ ਇਹ ਸਿਫਤ ਕਰਨ ਦੇ ਯੋਗ ਹੈ ਗੱਲ ਕਿ ਨਹੀਂ। ਅਸੀਂ ਲੱਗੇ ਹੋਏ ਹਾਂ ਬਸ ਵੀ ਨਹੀਂ ਜੀ, ਪਹਿਲਾਂ ਵੀ ਉਹ ਕਰਦੇ ਸੀ, ਅਸੀਂ ਵੀ ਉਵੇਂ ਕਰਦੇ। ਸੋ ਅੰਤ ਕਾਰਨ ਕੇਤੇ ਬਿਲਲਾਹੇ, ਪਾਤਸ਼ਾਹ ਕਹਿੰਦੇ ਅੰਤ ਨੂੰ ਜਿਹੜਾ ਕੁਝ ਤੂੰ ਇੱਥੇ ਬੋਲਦਾ ਨਾ ਮਾਇਆ ਦੇ ਵਿੱਚ ਗੁਰਬਾਣੀ ਤੋਂ ਬਿਨਾਂ, ਅੰਤ ਕਾਰਨ, ਇਹ ਤੇਰਾ ਕਾਰਨ ਹੈ ਜਿਹੜਾ। ਕਰੋੜਾਂ ਹੀ ਨੇ ਪਾਤਸ਼ਾਹ ਕਹਿੰਦੇ ਜਿਹੜੇ ਬਿੱਲ ਲਾਉਂਦੇ, ਜਿਹੜੇ ਇੱਥੇ ਆਪੋ ਆਪਣੀ ਬੋਲੀ ਬੋਲਦੇ ਗਏ, ਜਿਨ੍ਹਾਂ ਨੇ ਗੁਰਬਾਣੀ ਤੋਂ ਉਲਟ ਬੋਲੇ ਆ ਜਾਂ ਗੁਰਬਾਣੀ ਤੋਂ ਬਾਹਰੋਂ ਜਾ ਕੇ ਬੋਲੇ, ਭਰਮ 'ਚ ਪਾਇਆ ਲੋਕਾਂ ਨੂੰ। ਕਹਿੰਦੇ ਉਹ ਬਿੱਲ ਲਾਉਂਦੇ ਗਏ, ਬਿੱਲ ਲਾਉਂਦੇ ਜਾਂਦੇ ਨੇ, ਬਿਲਕਦੀਆਂ ਨੇ ਉਹ ਆਤਮਾਵਾਂ, ਪਛਤਾਉਂਦੀਆਂ ਨੇ ਉੱਥੇ। ਤਾਂ ਹੀ ਗੁਰਬਾਣੀ ਨੇ ਆਖਿਆ ਸੀ, ਹੇ ਮੇਰੇ ਮਨਾ ਤੇਰੇ ਵਾਸਤੇ ਕਿ ਮਤ ਸ਼ਰਮਿੰਦਾ ਥੀਵਦੀ ਸਾਈਂ ਦੇ ਦਰਬਾਰ। ਵੀ ਦੇਖੀ ਕਿਤੇ ਕੋਈ ਐਸਾ ਸ਼ਬਦ ਨਾ ਵਰਤ ਲਈ ਕਿ ਸਾਈਂ ਦੇ ਦਰਬਾਰ ਸ਼ਰਮਿੰਦਾ ਹੋਣਾ ਪੈ ਜਾਵੇ, ਤਾਂ ਕਿ ਅੰਤ ਨਾ ਪਾਏ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤਾਂ ਕਰਕੇ ਕਹਿੰਦੇ ਹਾਂ ਕਿ ਅੰਤ ਨੂੰ ਬਿਲਾਓਗੇ।
ਅਸੀਂ ਦੇਖ ਕੇ ਆਖਦੇ ਹਾਂ, ਕੋਈ ਸੁਣੀ ਸੁਣਾਈ ਗੱਲ ਨਹੀਂ ਹੈ ਵੀ ਉਹ ਤੋਂ ਸੁਣ ਲਈ ਉਹ ਤੋਂ ਸੁਣ ਲਈ। ਜੋ ਬੋਲੇ ਸੋ ਪੇਖੈ ਅੰਕੀ। ਜਿਵੇਂ ਤੁਹਾਨੂੰ ਸੰਸਾਰ ਅੱਖਾਂ ਨਾਲ ਦੀਂਦਾ, ਸਾਨੂੰ ਆਤਮਾ, ਅਸੀਂ ਆਤਮਾ ਨੂੰ ਵੇਖਦੇ ਹਾਂ। ਤੁਸੀਂ ਸੰਸਾਰ ਨੂੰ ਦੇਖ ਕੇ ਕਹਿੰਦੇ ਹੋ ਨਾ ਸੱਚ ਹੈ, ਲੋਕ ਕਹਿੰਦੇ ਵੀ ਹਾਂ ਵੀ ਸੱਚੀ ਹੈ ਜੀ। ਪਾਤਸ਼ਾਹ ਕਹਿੰਦੇ ਸਾਨੂੰ ਆਤਮਾ ਦੀਂਦੀ ਹੈ, ਸਾਨੂੰ ਆਤਮਾ ਸੱਚ ਲੱਗਦੀ ਹੈ। ਤੁਹਾਨੂੰ ਸਰੀਰ ਦੀਂਦੇ ਨੇ, ਤੁਹਾਨੂੰ ਸਰੀਰ ਸੱਚ ਲੱਗਦੇ ਆ। ਸਾਡੀ ਦ੍ਰਿਸ਼ਟੀ ਤੋਂ ਸੰਸਾਰ ਝੂਠਾ ਹੈ, ਤੁਹਾਡੀ ਦ੍ਰਿਸ਼ਟੀ ਤੋਂ ਨਿਰਾਕਾਰ ਝੂਠਾ ਹੈ। ਤੁਸੀਂ ਵੀ ਤਾਂ ਕਹਿ ਹੀ ਦਿੰਦੇ ਹੋ ਵੀ ਅੱਗੇ ਕਿਹੜਾ ਜੀ ਕਿਸੇ ਨੇ ਦੇਖਿਆ, ਇੱਥੇ ਹੀ ਹੈ ਜੀ ਸਾਰਾ ਕੁਝ। ਇਸੇ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਤੁਹਾਨੂੰ ਸੰਸਾਰ ਦਿਸ ਰਿਹਾ, ਸਾਨੂੰ ਸੰਸਾਰ ਨਹੀਂ ਦਿੰਦਾ, ਸਾਨੂੰ ਆਤਮਾ ਦਿੰਦੀ ਹੈ। ਬਿਲ ਲਾਓਗੇ ਕਹਿੰਦੇ ਤਬ ਜਾਣੋਗੇ ਜਬ ਉਗਰੋ ਗੋਪਾਜ। ਸ੍ਰੀ ਕਬੀਰ ਪਾਤਸ਼ਾਹ ਕਹਿੰਦੇ ਉਦੋਂ ਪਤਾ ਲੱਗਣਾ ਜਦੋਂ ਪਾਜ ਉਗੜਨਾ, ਆ ਸਰੀਰ ਤੋਂ ਵੱਖ ਹੋਣੀ ਆਤਮਾ, ਫਿਰ ਜਾਣੋਗੇ ਵੀ ਇਹ ਕੀ ਹੋ ਗਿਆ। ਸੋ ਹਰ ਦਰਗਾਹ ਕੀਆਂ ਬਾਤਾਂ ਨਾਨਕ ਆਖ ਸੁਣਾਵੇ। ਨਾਨਕ ਜੀ ਕਹਿੰਦੇ ਜਿੰਨੇ ਵੀ ਭਗਤ ਨੇ ਜਾਂ ਅਸੀਂ ਸਾਰੇ ਗੁਰਮੁਖ, ਹਰ ਦਰਗਾਹ ਕੀਆਂ ਬਾਤਾਂ, ਜੋ ਦਰਗਾਹ 'ਚ ਵਰਤ ਰਿਹਾ, ਜੋ ਸਾਡੇ ਹਿਰਦੇ 'ਚ ਵਰਤ ਰਿਹਾ, ਜੋ ਗੁਰਮੁਖਾਂ ਦੇ ਪਿੱਛੇ ਹਿਰਦੇ 'ਚ ਵਰਤਿਆ ਸੀ, ਸਭ ਨੇ ਆਖੀ ਸੁਣਾਵੇ। ਉਹ ਸੁਣਾਇਆ, ਤੁਹਾਨੂੰ ਆਖਿਆ। ਉਹ ਕੋਈ ਤੁਹਾਡੇ ਤੇ ਉਪਦੇਸ਼ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਇਹਨੂੰ ਮੰਨੋ, ਤੁਹਾਨੂੰ ਦੱਸਿਆ ਵੀ ਆਹ ਹਾਲਤ ਹੈ। ਕੋਈ ਤੁਹਾਨੂੰ ਹੁਕਮ ਨਹੀਂ, ਤੁਹਾਨੂੰ ਅਧੀਨ ਨਹੀਂ ਕਰਨਾ ਚਾਹੁੰਦੇ। ਪਾਤਸ਼ਾਹ ਕਹਿੰਦੇ ਸੀ ਤੁਹਾਨੂੰ ਆਜ਼ਾਦ ਕਰਨਾ ਚਾਹੁੰਦੇ ਆ ਵੀ ਸਾਡੇ ਵਾਂਗੂ ਵਿਚਰੋ, ਨਿਰਭਉ ਹੋਏ ਭਜੋ ਭਗਵਾਨ। ਸੋ ਹਰ ਦਰਗਾਹ ਕੀਆਂ ਬਾਤਾਂ ਨਾਨਕ ਆਖ ਸੁਣਾਵੇ। ਉੱਥੇ ਜੋ ਆਖਿਆ ਜਾਂਦਾ ਤੇ ਉਹੀ ਸੁਣਾਉਂਦੇ ਹਾਂ। ਜੋ ਵੀ ਉੱਥੇ ਗੱਲ ਚੱਲਦੀ ਹੈ, ਪਿੱਛੋਂ ਫਰਮਾਨ ਆਉਂਦਾ ਸਾਨੂੰ, ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਕੋਲੋਂ ਨਹੀਂ ਪਾਤਸ਼ਾਹ ਕਹਿੰਦੇ ਅਸੀਂ ਕੁਝ ਵੀ ਕਹਿੰਦੇ, ਕਿਉਂਕਿ ਕੋਲੋਂ ਤਾਂ ਅਸੀਂ ਤਾਂ ਕਹੀਏ ਜੇ ਸੰਸਾਰ ਵਿੱਚ ਅਸੀਂ ਆਪਣੀ ਹੋਂਦ ਕਾਇਮ ਰੱਖਣੀ ਹੋਵੇ, ਜਾਂ ਮਾਇਆ ਇਕੱਠੀ ਕਰਨੀ ਹੋਵੇ, ਜਾਂ ਮਹਿਲ ਮਾੜੀਆਂ ਬਣਾਉਣੀਆਂ ਹੋਣ, ਜਾਂ ਇੱਥੇ ਅਡੰਬਰ ਰਚਣਾ ਹੋਵੇ, ਜਾਂ ਇੱਥੇ ਵਾਸਤੇ ਅਸੀਂ ਕੁਝ ਕਰਨਾ ਹੋਵੇ, ਜਾਂ ਇੱਥੇ ਆਉਣ ਵਾਲਿਆਂ ਲਈ ਕੁਝ ਕਰਨਾ ਹੋਵੇ। ਅਸੀਂ ਇੱਥੇ ਕੁਝ ਵੀ ਨਹੀਂ ਪਾਤਸ਼ਾਹ ਨੇ ਕਹਿੰਦੇ ਕਰਨਾ, ਨਾ ਉਹਨਾਂ ਨੇ ਕੀਤਾ। ਕੋਈ ਵੀ ਬੰਦਾ ਸਬੂਤ ਦੇਵੇ ਕਿ ਪਾਤਸ਼ਾਹੀਆਂ ਨੇ ਜਾਂ ਭਗਤ ਸਾਹਿਬਾਨਾਂ ਨੇ ਜਾਂ ਗੁਰਸਿੱਖਾਂ ਨੇ ਇਸ ਧਰਤੀ ਤੇ ਕੁਝ ਆਪਣੇ ਲਈ ਕੀਤਾ। ਜੇ ਉਹਨਾਂ ਨੇ ਘਰ ਵੀ ਬਣਾਏ, ਸਰੀਰ ਰਹਿੰਦਾ ਸੀ, ਸਰੀਰ ਕਰਕੇ ਰਹੇ, ਉਹ ਤੋਂ ਬਾਅਦ ਉਹਨਾਂ ਦੇ ਪਰਿਵਾਰ ਰਹਿੰਦੇ ਰਹੇ, ਉਹ ਆਪ ਤਾਂ ਰਹੇ ਹੀ ਨਹੀਂ। ਔਰ ਉਹਨਾਂ ਨੇ ਪਰਿਵਾਰ ਲਈ ਘਰ ਵੀ ਨਹੀਂ ਬਣਾਏ, ਪਰਿਵਾਰਾਂ ਨੇ ਉਹਨਾਂ ਦੇ ਆਪ ਦੇ ਬਣਾਏ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਮੇਰੇ ਸਰੀਰ ਛੱਡਣ ਤੋਂ ਬਾਅਦ ਮੇਰੇ ਸ੍ਰੀ ਚੰਦ ਦਾ ਜਾਂ ਲక్ష్ਮੀ ਦਾਸ ਦਾ ਕੀ ਬਣੂਗਾ, ਕਿਉਂਕਿ ਉਹਨਾਂ ਦਾ ਸੰਬੰਧ ਹੀ ਨਹੀਂ ਸੀ ਕਿਸੇ ਨਾਲ। ਦੂਜੇ ਪਾਤਸ਼ਾਹ ਨੂੰ ਵੀ ਜ਼ਿੰਮੇਵਾਰੀ ਸੱਚਖੰਡ ਵੱਲੋਂ ਮਿਲੀ ਹੈ। ਗੁਰੂ ਨਾਨਕ ਸਾਹਿਬ ਤੋਂ ਤਾਂ ਉਹਨਾਂ ਨੂੰ ਉਪਦੇਸ਼ ਮਿਲਿਆ, ਉਪਦੇਸ਼ ਉਹਨਾਂ ਨੇ ਮੰਨਿਆ। ਜੇ ਕੋ ਬਚਨ ਕਮਾਵੇ ਸੰਤਨ ਕਾ, ਗੁਰ ਪ੍ਰਸਾਦੀ ਤਰੀਐ। ਬਚਨ ਕਮਾਇਆ ਸੰਤਨ ਕਾ, ਸੰਤਨ ਦੇ ਵਿੱਚ ਸ਼ਾਮਲ ਸੀ ਗੁਰੂ ਨਾਨਕ ਸਾਹਿਬ। ਸੰਤਨ ਸ਼ਬਦ ਤਾਂ ਆਇਆ ਕਿਉਂਕਿ ਸਾਰੇ ਸੱਚਖੰਡ ਨਾਲ ਅਟੈਚ ਹੈ ਗੱਲ। ਉਸ ਉਪਦੇਸ਼ ਨੂੰ ਗੁਰ ਪ੍ਰਸਾਦੀ, ਉਹ ਗਿਆਨ ਦੀ ਕਿਰਪਾ ਦੂਜੇ ਪਾਤਸ਼ਾਹ ਦੇ ਹੋ ਗਈ। ਉਹ ਬਚਨ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਬਚਨ ਹੈ, ਉਹਦੀ ਕਮਾਈ ਕੀਤੀ ਤੇ ਤਰ ਗਏ। ਜ਼ਿੰਮੇਵਾਰੀ ਸੱਚਖੰਡ ਵੱਲੋਂ ਮਿਲੀ ਹੈ। ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਦੂਜੇ ਪਾਤਸ਼ਾਹ ਨੂੰ, ਦੂਜੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਤੀਜੇ ਪਾਤਸ਼ਾਹ ਨੂੰ। ਹੁਣ ਉਪਦੇਸ਼ ਤਾਂ ਗੁਰੂ ਨਾਨਕ ਸਾਹਿਬ ਨੇ ਹੋਰ ਬਹੁਤ ਨੂੰ ਦਿੱਤਾ। ਇਹਦਾ ਹੈ ਨਹੀਂ ਵੀ ਇਕੱਲੇ ਗੁਰੂ ਨਾਨਕ ਸਾਹਿਬ ਨੂੰ, ਦੂਜੇ ਪਾਤਸ਼ਾਹ ਨੂੰ ਹੀ ਦਿੱਤਾ। ਸ੍ਰੀ ਚੰਦ ਉਹਨਾਂ ਨੂੰ ਵੀ ਦਿੱਤਾ ਹੋਊਗਾ, ਮਰਦਾਨਾ ਜੀ ਨੂੰ ਵੀ, ਹੋਰ ਵੀ ਬਥੇਰੇ ਸੀਗੇ। ਸਭ ਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ। ਸਭ ਨੇ ਆਪੋ ਆਪਣੀ ਬਿਰਤ ਮੁਤਾਬਕ ਕਮਾਇਆ ਵੀ ਹੋਊਗਾ, ਪਰ ਜ਼ਿੰਮੇਵਾਰੀ ਸੱਚਖੰਡ ਨੇ ਸਿਰਫ ਦੂਜੇ ਪਾਤਸ਼ਾਹ ਨੂੰ ਦਿੱਤੀ। ਇਹ ਉਹਨਾਂ ਦੀ ਮਰਜ਼ੀ ਹੈ ਪਰਮੇਸ਼ਰ ਦੀ, ਕਿ ਕਿਹਨੂੰ ਜ਼ਿੰਮੇਵਾਰੀ ਦਿੰਦਾ ਕਿਹਨੂੰ ਨਹੀਂ। ਇਹ ਉਹੀ ਬੁਲਾਵੇ। ਉੱਗਣ ਦੀ ਜ਼ਿੰਮੇਵਾਰੀ ਸੱਚਖੰਡ ਦੇ ਹੱਥ 'ਚ ਇੱਕ ਕੋਈ ਵੀ ਹੋ ਸਕਦਾ। ਇਹ ਬਹੁਤ ਗੰਭੀਰ ਮਸਲਾ ਹੈ, ਕੋਈ ਸੌਖਾ ਨਹੀਂ ਹੈ। ਇਸ ਮੈਂ ਗੱਲ ਕਹਿ ਗਿਆ ਪ੍ਰਚਾਰ 'ਚ, ਕਹਿਣੀ ਵੀ ਬੜੀ ਮੁਸ਼ਕਲ ਹੈ।
ਬੜੀ ਬਚਿੱਤਰ ਖੇਡ ਆ, ਤਾਂ ਹੀ ਪਾਤਸ਼ਾਹ ਲਿਖਦੇ ਆ ਤਾਂ ਕਿ ਅੰਤ ਨਾ ਪਾਇਆ ਜਾਏ। ਕਹਿੰਦੇ ਕੋਈ ਅਸੀਂ ਇੱਥੇ ਮਾਇਆ ਨਹੀਂ ਇਕੱਠੀ ਕਰਨੀ, ਨਾ ਹੀ ਅਸੀਂ ਤੁਹਾਨੂੰ ਡਰਾਉਂਦੇ ਹਾਂ। ਕਈ ਬਚਨ ਲੱਗਦੇ ਆ ਗੁਰਬਾਣੀ 'ਚ ਵੀ ਸ਼ਾਇਦ ਡਰਾਉਣ ਵਾਸਤੇ ਹੀ ਲਿਖਿਆ ਹੋਇਆ। ਪਾਤਸ਼ਾਹ ਕਹਿੰਦੇ ਮੈਂ ਤਾਂ ਹੁਕਮੀ ਹਾਂ, ਹੁਕਮ ਦੀ ਗੱਲ ਕਰਨੀ ਹੈ ਤੇ ਹੁਕਮ ਦੀ ਸੁਣਨੀ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨੌ ਸੁਹਾਗਾ। ਮੈਂ ਤਾਂ ਵੇਖਿਆ ਹੋਇਆ। ਬਸ ਅਸੀਂ ਤਾਂ ਉਸ ਦੇ ਰਸਤੇ ਤੇ ਚੱਲਦੇ ਹਾਂ ਤੇ ਦੂਸਰੇ ਨੂੰ ਰਸਤੇ ਦੇ ਚੱਲਣ ਬਾਰੇ ਦੱਸਦੇ ਹਾਂ। ਉਸ ਦਾ ਅੰਤ ਨਹੀਂ ਪਾਇਆ ਜਾਣਾ, ਬਸ ਉਸ ਵਿੱਚ ਸਮਾਉਣਾ ਹੀ ਸਾਡੀ ਜ਼ਿੰਮੇਵਾਰੀ ਹੈ। ਸੋ ਸਾਡੇ ਕੋਲ ਸਮਾਂ, ਪਾਤਸ਼ਾਹ ਕਹਿੰਦੇ ਉਸ ਸਮੇਂ ਨੂੰ ਸੰਭਾਲੋ ਤਾਂ ਕਿ ਤੁਹਾਨੂੰ ਹੁਕਮ ਦੀ ਸੋਝੀ ਆ ਸਕੇ ਤੇ ਤੁਹਾਡਾ ਜੀਵਨ ਸਫਲ ਹੋ ਸਕੇ। ਅੰਤ ਨਾ, ਤਾਂ ਕਿ ਅੰਤ ਨਾ ਪਾਏ ਜਾਏ। ਉਹਦਾ ਕੋਈ ਅੰਤ ਨਹੀਂ ਪਾਇਆ ਸਕਦਾ। ਸਵੈਮ ਅਸੀਂ ਆਪਣੇ ਆਪ ਦਾ ਹੀ ਅੰਤ ਨਹੀਂ ਪਾ ਸਕਦੇ। ਜਦੋਂ ਸਾਡੇ ਅੰਦਰ ਉਹੀ ਸ਼ਬਦ ਪ੍ਰਗਟ ਹੋ ਜਾਣਾ, ਹੁਕਮ ਪ੍ਰਗਟ ਹੋ ਜਾਣਾ, ਅਸੀਂ ਉਹਦੇ ਵਿੱਚ ਸਮਾ ਜਾਣਾ। ਜਿਹੜੀ ਚੀਜ਼ ਸਾਡੇ ਅੰਦਰ ਅੰਤ ਪਾਉਣ ਦੀ ਗੱਲ ਕਰਦੀ ਹੈ, ਜਦੋਂ ਉਹ ਨਹੀਂ, ਉਹਦੀ ਹੋਂਦ ਹੀ ਖਤਮ ਹੋ ਜਾਣੀ, ਫਿਰ ਅੰਤ ਕੀ ਨਹੀਂ ਪਾਉਣਾ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਹੀ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।